ਟੈਕਨੋਲੋਜੀ ਦੇ ਜਿੱਥੇ ਲੱਖਾਂ ਹੀ ਫਾਇਦੇ ਨੇ ਉੱਥੇ ਬਹੁਤ ਸਾਰੇ ਨੁਕਸਾਨ ਵੀ ਨੇ। ਅੱਜ ਗੱਲਬਾਤ ਕਰਾਂਗੇ ਰੈਂਸਮਵੇਅਰ ਅਟੈਕ ਦੀ। ਜੇਕਰ ਤੁਹਾਡੇ ਸਿਸਟਮ ਤੇ ਇਹ ਅਟੈਕ ਹੋ ਜਾਂਦਾ ਹੈ, ਲੱਖਾਂ ਕਰੋੜਾਂ ਦਾ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ। ਇਸ ਸੰਬੰਧੀ ਗੱਲਬਾਤ ਦੇ ਲਈ ਸਾਡੇ ਨਾਲ ਪਲਵਿੰਦਰ ਸਿੰਘ ਸਾਈਬਰ ਐਕਸਪਰਟ ਨੇ। ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਸਰ, ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ। ਥੈਂਕ ਯੂ ਸੋ ਮਚ ਜੀ। ਸਰ, ਕੀ ਹੁੰਦਾ ਇਹ ਅਟੈਕ? ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰੋ। ਦੇਖੋ ਜੀ, ਬਹੁਤ ਸਾਰੇ ਅਟੈਕ ਆ ਰਹੇ ਆ। ਜਿੱਦਾਂ ਕਿ ਮੋਬਾਈਲ ਦੇ ਵਿੱਚ ਆਪਾਂ ਪਹਿਲਾਂ ਦੇਖਦੇ ਸੀਗੇ ਕਿ ਸਾਡੇ ਕੋਲ ਕੋਈ ਐਪਲੀਕੇਸ਼ਨ ਡਾਊਨਲੋਡ ਲਈ ਆ ਰਿਹਾ, ਕੋਈ ਲਿੰਕ ਕਲਿੱਕ ਕਰਨ ਦੀ ਆਪਸ਼ਨ ਆ ਰਹੀ ਸੀਗੀ। ਹੁਣ ਇਹਦੇ ਅਟੈਕ ਜਿੱਦਾਂ ਮੋਬਾਈਲਸ ਦੇ ਲਈ, ਇਹਦੇ ਲੈਪਟਾਪਸ ਲਈ ਵੀ ਬਹੁਤ ਸਾਰੇ, ਸਾਡੇ ਪੀਸੀਜ਼ ਲਈ ਬਹੁਤ ਸਾਰੇ ਇੱਦਾਂ ਦੇ ਅਟੈਕ ਆਉਂਦੇ ਆ। ਸੋ ਲੈਪਟਾਪਸ ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਕੋਲ ਕੋਈ ਸਸਪੀਸ਼ੀਅਸ ਮੇਲ ਆਉਂਦੀ ਹੈ ਜਾਂ ਕੋਈ ਅਨਨੋਨ ਪਰਸਨ ਤੋਂ ਮੇਲ ਆਉਂਦੀ ਹੈ, ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਬਹੁਤ ਹੀ ਇੱਕ ਅਟਰੈਕਟਿਵ ਮੈਸੇਜ ਹੁੰਦਾ ਹੈ ਕਿ ਮੇਰੀ ਫੋਟੋਜ਼ ਹੈ, ਡਾਊਨਲੋਡ ਕਰਕੇ ਦੇਖੋ, ਜਾਂ ਕੋਈ ਪਬਜੀ ਦਾ ਇੰਡੀਅਨ ਵਰਜ਼ਨ ਲਾਂਚ ਹੋਇਆ, ਜਾਂ ਕੋਈ ਲੇਟੈਸਟ ਮੂਵੀ ਕਰੈਕਡ ਵਰਜ਼ਨ ਆਇਆ ਹੈ, ਜਾਂ ਕੋਈ ਪਾਇਰੇਟਿਡ ਮੂਵੀਜ਼ ਹੈ, ਜਾਂ ਕਰੈਕਡ ਸੌਫਟਵੇਅਰਸ ਹੈ, ਕੁਝ ਵੀ ਇੱਦਾਂ ਦੀ ਐਕਟੀਵਿਟੀਜ਼ ਹੋ ਸਕਦੀਆਂ। ਸੋ ਜਿੱਦਾਂ ਹੀ ਅਸੀਂ ਉਹ ਫਾਈਲ ਨੂੰ ਆਪਣੇ ਪੀਸੀ ਵਿੱਚ ਡਾਊਨਲੋਡ ਕਰ ਸਕਦੇ ਹਾਂ, ਜਾਂ ਉਹ ਫਾਈਲ ਕਿਸੇ ਵੇ ਨਾਲ ਸਾਡੇ ਪੀਸੀ ਵਿੱਚ ਆ ਰਹੀ ਹੈ, ਸੋ ਜਿੱਦਾਂ ਹੀ ਉਹ ਫਾਈਲ ਉੱਤੇ ਕਲਿੱਕ ਕੀਤਾ ਜਾਂਦਾ ਹੈ, ਸਾਡੇ ਸਿਸਟਮ ਦਾ ਸਾਰਾ ਡੇਟਾ ਇੱਕ ਇੱਦਾਂ ਦੀ ਫਾਰਮ ਵਿੱਚ ਚੇਂਜ ਹੋ ਜਾਂਦਾ ਹੈ ਕਿ ਤਾਂ ਜੋ ਅਸੀਂ ਕੋਈ ਵੀ ਫਾਈਲ ਓਪਨ ਨਹੀਂ ਕਰ ਪਾਉਂਦੇ, ਜਾਂ ਅਗਰ ਕੋਈ ਫਾਈਲ ਓਪਨ ਹੁੰਦੀ ਵੀ ਹੈ ਉਹ ਇਨਕ੍ਰਿਪਟਡ ਸ਼ੋ ਹੁੰਦੀ ਹੈ। ਸਾਡੇ ਫਾਈਲਸ ਦੀਆਂ ਕੋਈ ਵੀ ਡੇਟਾ ਓਪਨ ਨਹੀਂ ਕਰ ਸਕਦੇ, ਚਾਹੇ ਉਹ ਫੋਟੋਜ਼ ਹੈ, ਚਾਹੇ ਕੋਈ ਟੈਕਸਟ ਫਾਈਲ ਹੈ, PDF ਫਾਈਲ ਹੈ, ਡਾਕੂਮੈਂਟਸ ਹੈ, ਐਕਸਲ ਸ਼ੀਟਸ ਹੈ। ਸਾਰਾ ਡੇਟਾ ਇੱਕ ਇੱਦਾਂ ਦੀ ਫਾਰਮ ਵਿੱਚ ਹੋ ਜਾਂਦਾ ਹੈ ਕਿ ਆਪਾਂ ਉਹਨੂੰ ਕੁਝ ਵੀ ਫਾਈਲਸ ਨੂੰ ਐਕਸੈਸ ਨਹੀਂ ਕਰ ਸਕਦੇ। ਸੋ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਇੱਦਾਂ ਦੀ ਐਕਟੀਵਿਟੀਜ਼ ਹੋ ਰਹੀਆਂ, ਜਿਹਦੇ ਵਿੱਚ ਉਹਨਾਂ ਦੇ ਸਿਸਟਮ ਦੀਆਂ ਸਾਰੀਆਂ ਫਾਈਲਸ ਦੀਆਂ ਐਕਸਟੈਂਸ਼ਨਸ ਚੇਂਜ ਹੋ ਰਹੀਆਂ। ਐਂਡ ਇਹਦੇ ਵਿੱਚ ਫਿਰ ਇੱਕ ਹੈਕਰ ਹੈ, ਫਰੋਡਸਟਰ ਹੈ, ਜਿਹਨੇ ਉਹ ਫਾਈਲ ਭੇਜੀ ਹੈ ਤੁਹਾਨੂੰ ਜਾਂ ਤੁਹਾਡੇ ਸਿਸਟਮ ਵਿੱਚ ਡਾਊਨਲੋਡ ਹੋਈ ਹੈ। ਜਦੋਂ ਹੀ ਉਹ ਡਾਊਨਲੋਡ ਹੋਏਗੀ, ਪਹਿਲੀ ਚੀਜ਼ ਤੁਹਾਡਾ ਡੇਟਾ ਇਨਕ੍ਰਿਪਟ ਹੋਏਗਾ, ਪਲੱਸ ਸੈਕਿੰਡ ਚੀਜ਼ ਤੁਹਾਡੇ ਤੋਂ ਉਹ ਡੇਟਾ ਠੀਕ ਕਰਨ ਲਈ ਪੈਸੇ ਮੰਗੇ ਜਾਣਗੇ। ਸੋ ਪੈਸੇ ਵੀ ਜੋ ਮੰਗੇ ਜਾਂਦੇ ਆ ਉਹ ਨਾਰਮਲ ਅਕਾਊਂਟ ਵਿੱਚ ਨਹੀਂ ਮੰਗੇ ਜਾਂਦੇ, ਉਹਦੇ ਵਿੱਚ ਤੁਹਾਡੇ ਕੋਲ ਜੋ ਪੈਸੇ ਮੰਗੇ ਜਾਂਦੇ ਉਹ ਕ੍ਰਿਪਟੋ ਕਰੰਸੀ ਵਿੱਚ ਮੰਗੇ ਜਾਂਦੇ ਆ। ਜਿੱਦਾਂ ਕਿ ਬਹੁਤ ਪੋਪੂਲਰ ਇੱਕ ਕ੍ਰਿਪਟੋ ਕਰੰਸੀ ਹੈ ਬਿਟਕੋਇਨ, ਉਹਨੂੰ ਨਾਮ ਦਿੱਤਾ ਹੈ। ਐਂਡ ਉਹ ਬਿਟਕੋਇਨ ਦੇ ਵਿੱਚ ਤੁਹਾਡੇ ਕੋਲ ਪੈਸੇ ਮੰਗੇ ਜਾਂਦੇ ਆ ਕਿ ਤੁਸੀਂ ਪੈਸੇ ਪੇ ਕਰੋ ਐਂਡ ਤਾਂ ਹੀ ਤੁਹਾਡੇ ਸਿਸਟਮ ਦਾ ਸਾਰਾ ਡੇਟਾ ਠੀਕ ਕੀਤਾ ਜਾਏਗਾ। ਸੋ ਅਗਰ ਅਸੀਂ ਉਹਨਾਂ ਨੂੰ ਕੁਛ ਇੱਦਾਂ ਦੇ ਪੈਸੇ ਪੇ ਕਰਦੇ ਵੀ ਹਾਂ ਤਾਂ ਕੋਈ ਸੋਲਿਊਸ਼ਨ ਨਹੀਂ ਹੈ, ਕੋਈ ਇਹਦੀ ਐਸ਼ੋਰੈਂਸ ਨਹੀਂ ਹੈ ਤੁਹਾਡਾ ਸਾਰਾ ਡੇਟਾ ਵਾਪਸ ਆਏਗਾ ਜਾਂ ਠੀਕ ਹੋਏਗਾ। ਸੋ ਇਹਦੇ ਲਈ ਯੂਜ਼ਰਸ ਨੂੰ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਪਾਇਰੇਟਿਡ ਸੌਫਟਵੇਅਰ ਜਾਂ ਕੋਈ ਕਰੈਕਡ ਮੂਵੀ ਜਾਂ ਪਾਇਰੇਟਿਡ ਮੂਵੀ ਜਾਂ ਕੁਝ ਵੀ ਅਨਨੋਨ ਤੋਂ ਕੋਈ ਮੇਲ ਆ ਰਹੀ ਹੈ ਜਾਂ ਕੋਈ ਫਾਈਲ ਆ ਰਹੀ ਹੈ, ਚਾਹੇ ਉਹ ਕਿਸੇ ਵੀ ਸੋਰਸ ਤੋਂ ਆ ਰਹੀ ਹੈ, ਇੱਦਾਂ ਦੀ ਫਾਈਲਸ 'ਤੇ ਕਲਿੱਕ ਨਹੀਂ ਕਰਨਾ ਚਾਹੀਦਾ। ਕੋਈ ਲੇਟੈਸਟ ਕੇਸ ਵੀ ਸਾਹਮਣੇ ਆਇਆ ਹੈ ਜਿਹਦੇ ਵਿੱਚ ਲੱਖਾਂ ਦੀ ਕਰੋੜਾਂ ਦੀ ਠੱਗੀ ਹੋਈ ਹੋਵੇ? ਦੇਖੋ, ਰੈਂਸਮਵੇਅਰ ਇੱਕ 2017 ਵਿੱਚ ਇੱਕ ਵਿਕੀਲੀਕਸ ਤੇ Vault 7 ਲੀਕ ਹੋਇਆ ਸੀਗਾ। ਉਸ ਤੋਂ ਬਾਅਦ ਬਹੁਤ ਸਾਰੇ ਰੈਂਸਮਵੇਅਰ ਦੇ ਕੇਸਿਸ ਸਾਹਮਣੇ ਆ ਰਹੇ ਆ ਟਿਲ ਡੇਟ। ਅਗਰ ਮੈਂ ਪਿੱਛੇ ਕੁਝ ਦਿਨਾਂ ਦੀ ਗੱਲ ਕਰਾਂ, US ਦੇ ਵਿੱਚ ਇੱਕ ਕੰਪਨੀ 'ਤੇ ਸਾਈਬਰ ਅਟੈਕ ਹੋਇਆ ਇਨ ਦੀ ਨੇਮਸ ਆਫ ਰੈਂਸਮਵੇਅਰ। ਉਹਨਾਂ ਦੇ ਸਾਰੇ ਕੰਪਿਊਟਰਸ ਦਾ ਡੇਟਾ, ਸਾਰੇ ਸਿਸਟਮਸ ਦਾ ਡੇਟਾ ਇੱਕ ਇੱਦਾਂ ਦੀ ਫਾਰਮ 'ਚ ਅਗੇਨ ਚੇਂਜ ਹੋ ਗਿਆ ਜਿਹਨੂੰ ਉਹ ਓਪਨ ਨਹੀਂ ਕਰ ਪਾ ਰਹੇ। ਇੱਦਾਂ ਹੀ ਫਲੋਰੀਡਾ ਸਿਟੀ ਉੱਤੇ ਅਟੈਕ ਹੋਇਆ ਸੀ, ਜਿਹਦੇ ਵਿੱਚ ਇੱਕ, ਅਗਰ ਮੈਂ ਲੇਟੈਸਟ ਕੇਸ ਦੀ ਗੱਲ ਕਰਾਂ, ਉਹਦੇ ਵਿੱਚ $70 ਮਿਲੀਅਨ ਮੰਗੇ ਜਾ ਰਹੇ ਆ। ਮਤਲਬ ਜੇ $70 ਮਿਲੀਅਨ ਪੇ ਕਰਾਂਗੇ ਤਾਂ ਹੀ ਉਹਨਾਂ ਦੇ ਸਿਸਟਮਸ ਦਾ ਡੇਟਾ ਠੀਕ ਹੋਏਗਾ। ਐਂਡ ਇਹਦੇ ਵਿੱਚ ਵੀ ਕੋਈ ਐਸ਼ੋਰੈਂਸ ਨਹੀਂ ਹੈ। ਆਲਰੇਡੀ ਇਹ ਜਦੋਂ ਫਲੋਰੀਡਾ ਦੇ ਵਿੱਚ ਹੋਇਆ ਇਹ ਕੇਸ, ਉਹਦੇ ਵਿੱਚ 600,000 ਮਤਲਬ $6 ਲੱਖ ਪੇ ਕੀਤੇ, ਉਸ ਤੋਂ ਬਾਅਦ ਉਹਨਾਂ ਦਾ ਕੋਈ ਡੇਟਾ ਨਹੀਂ ਆਇਆ। ਸੋ ਪੇ ਕਰਨਾ ਇਜ਼ ਨਾਟ ਅ ਗੁੱਡ ਸੋਲਿਊਸ਼ਨ। ਪੇ ਕਰਨ ਦਾ ਕੋਈ ਉਹਦੇ ਵਿੱਚ ਫਾਇਦਾ ਨਹੀਂ ਹੈ। ਮਤਲਬ ਹੈਕਰ ਜਿਹੜੇ ਨੇ ਅਮੀਰ ਬੰਦਿਆਂ ਨੂੰ ਹੀ ਚਾਹੁੰਦੇ ਹੋਣਗੇ, ਇਹਦਾ ਮਤਲਬ? ਦੇਖੋ, ਇਹਦੇ ਵਿੱਚ ਨੋ ਡਾਊਟ ਕਿ ਜਦੋਂ ਅਮਾਊਂਟ ਮੰਗੀ ਜਾਂਦੀ ਹੈ, ਜੋ ਸਿਸਟਮਸ ਦੇ ਵਿੱਚ ਜਦੋਂ ਫਾਈਲ ਇੱਦਾਂ ਦੀ ਕੋਈ ਆ ਜਾਂਦੀ ਹੈ, ਸਭ ਤੋਂ ਪਹਿਲਾਂ ਬਹੁਤ ਸਾਰੇ ਇੱਦਾਂ ਦੇ ਵਿਊਅਰਸ ਵੀ ਹੋਣਗੇ ਜਿਨ੍ਹਾਂ ਨੂੰ ਇੱਕ ਸਿੰਪਟਮਸ ਕੀ ਹੁੰਦੇ ਆ ਕਿ ਸਾਡੇ ਲੈਪਟਾਪ ਦੇ ਵਿੱਚ ਕੋਈ ਇੱਦਾਂ ਦੀ ਐਕਟੀਵਿਟੀ ਹੋ ਰਹੀ ਹੈ। ਸਭ ਤੋਂ ਪਹਿਲਾਂ ਸਾਡੇ ਸਿਸਟਮ ਦੀਆਂ ਸਾਰੀਆਂ ਫਾਈਲਸ ਦੀਆਂ ਐਕਸਟੈਂਸ਼ਨਸ ਚੇਂਜ ਹੋ ਜਾਂਦੀਆਂ। ਜਿੰਨੀਆਂ ਵੀ ਫਾਈਲਸ ਆ ਉਹਦੀ ਕੋਈ ਪਰਟੀਕੂਲਰ ਐਕਸਟੈਂਸ਼ਨ ਹੋ ਜਾਂਦੀ ਹੈ। ਮੰਨ ਲਓ .abc ਹੋ ਗਈ, .123 ਹੋ ਗਈ, ਸਾਰੀਆਂ ਫਾਈਲਸ ਦੀ ਐਕਸਟੈਂਸ਼ਨਸ ਚੇਂਜ ਹੋ ਜਾਂਦੀਆਂ। ਕੋਈ ਵੀ ਫਾਈਲ ਓਪਨ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇੱਕੋ ਹੀ ਮੈਸੇਜ ਆਉਂਦਾ ਕਿ ਪੈਸੇ ਪੇ ਕਰੋ ਜੇ ਤੁਸੀਂ ਡੇਟਾ ਵਾਪਸ, ਐਂਡ ਕੁਝ ਬਿਟਕੋਇਨ ਜਾਂ ਕ੍ਰਿਪਟੋ ਕਰੰਸੀ ਡਿਫਾਈਨ ਕੀਤਾ ਹੁੰਦਾ ਹੈ। ਸੋ ਇਹਦੇ ਵਿੱਚ ਪੈਸੇ ਜਿਹੜੇ ਮੰਗੇ ਜਾਂਦੇ ਆ ਉਹ ਕਈ ਵਾਰੀ ਥਾਊਜ਼ੈਂਡਸ, ਲੱਖਾਂ ਜਾਂ ਬਹੁਤ ਹੀ ਜ਼ਿਆਦਾ ਮੰਗੇ ਜਾਂਦੇ। ਸੋ ਇੱਦਾਂ ਦਾ ਕੁਝ ਜ਼ਰੂਰੀ ਨਹੀਂ ਹੈ ਕਿ ਇਹਦੇ ਲਈ ਛੋਟੇ ਵੈਂਡਰਸ ਨੂੰ ਅਟੈਕ ਕੀਤਾ ਜਾਂਦਾ ਜਾਂ ਵੱਡੇ ਵੈਂਡਰਸ ਨੂੰ ਅਟੈਕ ਕੀਤਾ ਜਾਂਦਾ। ਜਦੋਂ ਇਹ ਫਾਈਲ ਕਿਸੇ ਕੋਲ ਵੀ ਆ ਗਈ, ਉਹਦੇ ਸਿਸਟਮ ਦਾ ਸਾਰਾ ਡੇਟਾ ਜਾਏਗਾ। ਹੁਣ ਬਹੁਤ ਸਾਰੇ ਸੋਚ ਰਹੇ ਹੋਣਗੇ ਕਿ ਸਰ ਅਸੀਂ ਇੰਨੇ ਪੈਸੇ ਕਿਉਂ ਪੇ ਕਰਾਂਗੇ? ਸਮਟਾਈਮਸ 5 ਲੱਖ ਮੰਗਿਆ ਜਾ ਰਿਹਾ ਹੈ, ਕਿਤੇ ਕੁਛ 1 ਬਿਟਕੋਇਨ ਹੈ, 2 ਬਿਟਕੋਇਨਸ ਹੈ, ਮਤਲਬ ਬਿਟਕੋਇਨ ਦੇ ਵਿੱਚ ਟ੍ਰਾਂਜੈਕਸ਼ਨ ਮੰਗੀ ਜਾਂਦੀ ਹੈ। ਸੋ ਇਹਦੇ ਵਿੱਚ ਇੰਨੇ ਪੈਸੇ ਕੌਣ ਪੇ ਕਰੇਗਾ? ਬਹੁਤ ਵਾਰੀ ਇਹ ਕੁਐਸਚਨ ਆਉਂਦਾ ਜਦੋਂ ਅਸੀਂ ਗੱਲ ਕਰੀਏ ਨਾਰਮਲ ਪਰਸਨ ਦੀ, ਕਿ ਜਿਹਦੇ ਸਿਸਟਮ ਦੇ ਵਿੱਚ ਜਸਟ ਉਹਦੀਆਂ ਫੈਮਿਲੀ ਪਿਕਚਰਸ ਹੈ ਜਾਂ ਉਹਦੇ ਲਈ ਕੁਛ ਥੋੜ੍ਹਾ ਬਹੁਤ ਡੇਟਾ ਹੈ, ਜਾਂ ਸਟੂਡੈਂਟ ਲੈਵਲ ਦੀ ਗੱਲ ਕਰਾਂ ਕੁਛ ਗੇਮਸ ਹੈ, ਤਾਂ ਉਹਦੇ ਵਿੱਚ ਹੋ ਸਕਦਾ ਹੈ ਉਹਦੇ ਲਈ ਡੇਟਾ ਇੰਨਾ ਇੰਪੋਰਟੈਂਟ ਨਹੀਂ ਹੈ, ਉਹ ਆਪਣੇ ਸਿਸਟਮ ਨੂੰ ਨਾਰਮਲੀ ਰੀਸੈਟ ਕਰ ਸਕਦਾ ਐਂਡ ਉਹਦਾ ਰੈਂਸਮਵੇਅਰ ਵਾਲੀ ਸਾਰੀਆਂ ਫਾਈਲਸ ਡਿਲੀਟ ਹੋ ਜਾਣਗੀਆਂ।
ਹੈ ਐਂਡ ਨਵੇਂ ਤੋਂ ਲਾਈਕ ਆਪਰੇਟਿੰਗ ਸਿਸਟਮ ਯੂਜ਼ ਕਰ ਸਕਦਾ ਹੈ। ਪਰ ਜੇ ਮੈਂ ਗੱਲ ਕਰਾਂ ਕਿਸੇ ਹਸਪੀਟਲ ਦੀ ਜਿਹਦੇ ਵਿੱਚ ਕੋਵਿਡ ਸਿਚੁਏਸ਼ਨ ਵਿੱਚ ਹਸਪੀਟਲਸ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰਾ ਡੇਟਾ ਇੰਪੋਰਟੈਂਟ ਡੇਟਾ ਪੇਸ਼ੈਂਟਸ ਦੀ ਹਿਸਟਰੀ ਕੀ ਉਹਨੂੰ ਟ੍ਰੀਟਮੈਂਟ ਚੱਲ ਰਿਹਾ ਕਿਹੜੀਆਂ ਮੈਡੀਸਿਨਸ ਹੈ ਕੀ ਆਪਰੇਟ ਹੈ ਜਾਂ ਜੋ ਵੀ ਐਕਟੀਵਿਟੀਜ਼ ਹੈ ਚਾਹੇ ਅਕਾਊਂਟਸ ਡਿਪਾਰਟਮੈਂਟ ਦੀ ਗੱਲ ਕਰਾਂ ਕਿ ਕਿੰਨੇ ਪੈਸੇ ਕਿਸੇ ਪੇਸ਼ੈਂਟ ਨੇ ਡਿਪੋਜ਼ਿਟ ਕਰਵਾਏ ਹੈ ਜਾਂ ਉਹਦਾ ਕਿੰਨੇ ਪੈਂਡਿੰਗਸ ਹੈ ਜਾਂ ਕਿਸੇ ਤੋਂ ਅਸੀਂ ਲੈਣੇ ਹੈ ਪੈਸੇ ਮਤਲਬ ਪੂਰਾ ਹਿਸਾਬ ਇੱਕ ਸਿਸਟਮ ਦੇ ਵਿੱਚ ਰੱਖਿਆ ਜਾਂਦਾ ਹੈ ਜਦੋਂ ਕਿ ਮਿਲੀਅਨ ਡਾਲਰਸ ਦਾ ਹਿਸਾਬ ਇੱਕ ਸਿਸਟਮ ਦੇ ਵਿੱਚ ਹੈ ਐਂਡ ਉਹ ਫਰਾਡਸਟਰਸ ਜਾਂ ਰੈਂਸਮਵੇਅਰ ਵਾਲੇ ਉਹਦੇ ਤੋਂ ਲਾਈਕ few $100 ਮੰਗ ਰਿਹਾ ਤਾਂ ਉਹ ਓਬਵੀਅਸਲੀ ਸੋਚਦਾ ਹੈ ਕਿ ਮੇਰੇ ਇੰਨੇ ਪੈਸਿਆਂ ਦਾ ਨੁਕਸਾਨ ਹੋਣ ਤੋਂ ਬੈਟਰ ਹੈ ਮੈਂ ਇਹਨਾਂ ਨੂੰ ਕੁਝ ਪੇ ਕਰਦਾ ਬਟ ਪੇ ਕਰਨਾ ਇੱਥੇ ਕੋਈ ਸੋਲਿਊਸ਼ਨ ਨਹੀਂ ਹੈ ਤੇ ਇਹ ਸੋਲਿਊਸ਼ਨ ਹੈ ਕਿ ਤੁਸੀਂ ਕੋਈ ਵੀ ਅਨਵਾਂਟਡ ਫਾਈਲਸ ਤੁਹਾਡੇ ਸਿਸਟਮ ਵਿੱਚ ਆ ਰਹੀ ਹੈ ਜਾਂ ਕੋਈ ਅਨਨੋਨ ਲਿੰਕ ਆ ਰਿਹਾ ਹੈ ਜਾਂ ਕੋਈ ਅਟਰੈਕਟਿਵ ਮੈਸੇਜ ਤੁਹਾਡੇ ਨਾਲ ਸ਼ੇਅਰ ਕੀਤਾ ਜਾ ਰਿਹਾ ਕਿ ਫਾਈਲ ਨੂੰ ਡਾਊਨਲੋਡ ਕਰੋ ਜਦੋਂ ਤੱਕ ਸਾਨੂੰ ਉਹਦੇ ਸੋਰਸਿਸ ਤੇ ਯਕੀਨ ਨਹੀਂ ਹੈ ਕਿ ਫਾਈਲ ਕਿੱਥੋਂ ਆ ਰਹੀ ਹੈ ਕੌਣ ਉਹ ਭੇਜ ਰਿਹਾ ਕਦੀ ਵੀ ਕੋਈ ਵੀ ਫਾਈਲ ਇਦਾਂ ਦੀ ਡਾਊਨਲੋਡ ਜਾਂ ਉਹਦੇ ਤੇ ਕਲਿੱਕ ਨਹੀਂ ਕਰਨਾ ਚਾਹੀਦਾ। ਹੈਕਰ ਜਿਹੜਾ ਹੈ ਪੇਮੈਂਟ ਬਿਟਕੋਇਨ ਫਾਰਮ 'ਚ ਕਿਉਂ ਮੰਗਦਾ ਹੈ? ਦੇਖੋ ਬਿਟਕੋਇਨ ਇੱਕ ਕ੍ਰਿਪਟੋ ਕਰੰਸੀ ਹੈ ਕ੍ਰਿਪਟੋ ਕਰੰਸੀ ਦਾ ਮਤਲਬ ਹੈ ਕਿ ਜੇ ਮੈਂ ਨਾਰਮਲ ਬੈਂਕ ਅਕਾਊਂਟ ਦੀ ਗੱਲ ਕਰਾਂ ਕਿ ਜੇ ਮੇਰੇ ਅਕਾਊਂਟ ਤੋਂ ਕਿਸੇ ਦੂਸਰੇ ਪਰਸਨ ਦੇ ਅਕਾਊਂਟ 'ਚ ਪੈਸੇ ਜਾ ਰਹੇ ਆ ਤੇ ਇੰਡੀਆ ਦੀ ਅਗਰ ਗੱਲ ਕरें ਆਰਬੀਆਈ ਇੱਕ ਸੈਂਟਰਲਾਈਜ਼ਡ ਅਥਾਰਟੀ ਹੈ ਉਹਦੇ ਤੋਂ ਪਤਾ ਕੀਤਾ ਜਾ ਸਕਦਾ ਹੈ ਕਿ ਕਿੰਨੇ ਪੈਸੇ ਪਲਵਿੰਦਰ ਨੇ ਕਿਸੇ ਨੂੰ ਪੇ ਕੀਤੇ ਹੈ ਜਾਂ ਪਲਵਿੰਦਰ ਤੋਂ ਕਿੱਥੋਂ ਆਏ ਉਹਦੇ ਸੋਰਸਿਸ ਆਪਾਂ ਡਿਫਾਈਨ ਕਰ ਸਕਦੇ ਹਾਂ ਉਹਦੇ ਵਿੱਚ ਅਸੀਂ ਬੈਂਕ 'ਚ ਆਪਣਾ ਆਈਡੀ ਪ੍ਰੂਫ ਸਬਮਿਟ ਕੀਤਾ ਹੁੰਦਾ ਹੈ ਸਾਡੇ ਫੋਨ ਨੰਬਰ ਉਹਨਾਂ ਦੇ ਕੋਲ ਲਿੰਕ ਹੈ ਮੇਰੇ ਐਡਰੈਸ ਦੀ ਡਿਟੇਲਸ ਹੋਏਗੀ ਬਟ ਇਨ ਦੀ ਟਰਮਸ ਆਫ ਬਿਟਕੋਇਨ ਉਹਦੇ ਵਿੱਚ ਸੋਰਸਿਸ ਐਂਡ ਡੈਸਟੀਨੇਸ਼ਨ ਨੂੰ ਅਸੀਂ ਕਲੈਰੀਫਾਈ ਨਹੀਂ ਕਰ ਸਕਦੇ। ਬਹੁਤ ਸਾਰੇ ਐਂਟੀਵਾਇਰਸ ਵੀ ਨੇ ਉਹ ਕੀ ਇਸ ਅਟੈਕ ਤੋਂ ਬਚਾ ਸਕਦੇ ਨੇ? ਦੇਖੋ ਐਂਟੀਵਾਇਰਸ ਦਾ ਕੰਮ ਕੀ ਹੁੰਦਾ ਹੈ ਕਿ ਸਾਡੇ ਸਿਸਟਮ ਵਿੱਚ ਕੋਈ ਵੀ ਲਾਈਕ ਮਲੀਸ਼ੀਅਸ ਐਪਲੀਕੇਸ਼ਨ ਆਉਂਦੀ ਹੈ ਤਾਂ ਉਹਨੂੰ ਸਾਨੂੰ ਅਲਰਟ ਇਸ਼ੂ ਕਰਦਾ ਹੈ ਕਿ ਕੋਈ ਫਾਈਲ ਸਸਪੀਸ਼ੀਅਸ ਹੈ ਬਟ ਬਹੁਤ ਸਾਰੀਆਂ ਫਾਈਲਸ ਜੋ ਫਰਾਡਸਟਰਸ ਹੈ ਉਹ ਕੀ ਕਰਦੇ ਫਾਈਲਸ ਨੂੰ ਇਦਾਂ ਦੀ ਫਾਰਮ 'ਚ ਸ਼ੇਅਰ ਕਰਦੇ ਆ ਉਹਨੂੰ ਕਿਹਾ ਜਾਂਦਾ ਹੈ ਕ੍ਰਿਪਟਰਸ ਸੋ ਇਦਾਂ ਦੀਆਂ ਫਾਈਲਸ ਨੂੰ ਸ਼ੇਅਰ ਕੀਤਾ ਜਾਂਦਾ ਕਿ ਸਾਡੇ ਐਂਟੀਵਾਇਰਸ ਵੀ ਕਈ ਵਾਰੀ ਉਹਨੂੰ ਡਿਟੈਕਟ ਕਰਨਾ ਲਾਈਕ ਛੱਡ ਦਿੰਦੇ ਆ ਜਾਂ ਉਹਨੂੰ ਡਿਟੈਕਟ ਨਹੀਂ ਕਰ ਪਾਉਂਦੇ ਸੋ ਲਾਈਕ ਐਂਟੀਵਾਇਰਸ ਇੱਕ ਗੁੱਡ ਸੋਲਿਊਸ਼ਨ ਹੈ ਆਪਣੇ ਸਿਸਟਮ ਦੇ ਵਿੱਚ ਯੂਜ਼ ਕਰੋ ਅਗਰ ਤੁਸੀਂ ਮਾਈਕਰੋਸਾਫਟ ਯੂਜ਼ ਕਰੋ ਵਿੰਡੋਜ਼ ਡਿਫੈਂਡਰ ਬਾਈ ਡਿਫਾਲਟ ਆਲਰੇਡੀ ਉਹਦੇ ਵਿੱਚ ਹੈ ਐਂਟੀਵਾਇਰਸ ਯੂਜ਼ ਕਰਨਾ ਇੱਕ ਗੁੱਡ ਸੋਲਿਊਸ਼ਨ ਹੈ ਪਰ ਜੇ ਅਸੀਂ ਕਹੀਏ ਕਿ 100% ਉਹ ਹਰ ਵਾਰੀ ਸਾਨੂੰ ਉਹ ਬਚਾਉਣਗੇ ਇਹ ਥੋੜਾ ਸਾਨੂੰ ਅਵੇਅਰ ਹੋਣ ਦੀ ਲੋੜ ਹੈ। ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਲਵਿੰਦਰ ਸਿੰਘ ਜਿਹੜੇ ਕਿ ਸਾਈਬਰ ਐਕਸਪਰਟ ਨੇ ਉਹਨਾਂ ਨੇ ਰੈਂਸਮਵੇਅਰ ਅਟੈਕ ਬਾਰੇ ਤੁਹਾਨੂੰ ਡਿਟੇਲ 'ਚ ਜਾਣਕਾਰੀ ਦਿੱਤੀ ਕਿਵੇਂ ਤੁਸੀਂ ਜਿਹੜਾ ਹੈ ਇਸ ਅਟੈਕ ਤੋਂ ਬਚ ਸਕਦੇ ਹੋ ਤੇ ਆਪਣੇ ਸਿਸਟਮ ਦੇ ਡਾਟੇ ਨੂੰ ਸੇਵ ਕਰ ਸਕਦੇ ਹੋ। ਕੈਮਰਾ ਪਰਸਨ ਵਿਜੇ ਦੇ ਨਾਲ ਜਗਦੀਪ ਸਿੰਘ ਪੰਜਾਬੀ ਬੁਲਟਨ ਜਲੰਧਰ।